ਅੱਗੇ ਵਧਦੇ ਹਾਂ। ਫਰੀਦਕੋਟ ਮਾਡਰਨ ਜੇਲ੍ਹ ਦੇ ਵਿੱਚ ਬੰਦ ਕੈਦੀ ਨਸ਼ੇ ਦੇ ਆਦੀ ਨੇ। ਵੱਡੀ ਖਬਰ ਆ ਰਹੀ ਹੈ, ਡੋਪ ਟੈਸਟ ਕੀਤਾ ਗਿਆ ਜਿਸ ਦੇ ਵਿੱਚ 45% ਕੈਦੀ ਫੇਲ ਪਾਏ ਗਏ ਨੇ। 2333 ਕੈਦੀਆਂ ਦੇ ਦੱਸਿए ਕਿ ਸੈਂਪਲ ਲਏ ਗਏ ਸਨ ਔਰ ਜਿਸ ਦੇ ਵਿੱਚੋਂ 1064 ਪੋਜ਼ਿਟਿਵ ਪਾਏ ਗਏ, ਯਾਨੀ ਕਿ ਨਸ਼ੇ ਦੇ ਆਦੀ ਪਾਏ ਗਏ। ਮਹਿਲਾਵਾਂ ਵੀ ਨੇ ਇਸ ਦੇ ਵਿੱਚ। ਫਰੀਦਕੋਟ ਮਾਡਰਨ ਜੇਲ੍ਹ ਦਾ ਜ਼ਿਕਰ ਕਰ ਰਹੇ ਹਾਂ ਜਿੱਥੇ ਬੰਦ ਕੈਦੀ ਨਸ਼ੇ ਦੇ ਆਦੀ ਨੇ, ਕਿਉਂਕਿ ਹਰ ਜੇਲ੍ਹ ਦੇ ਵਿੱਚ ਡੋਪ ਟੈਸਟ ਹੋ ਰਿਹਾ ਤਾਂ ਡੋਪ ਟੈਸਟ ਦੇ ਵਿੱਚ 45% ਕੈਦੀ ਜਿਹੜੇ ਨੇ ਇੱਥੇ ਫੇਲ ਪਾਏ ਗਏ ਨੇ ਔਰ 2333 ਕੈਦੀਆਂ ਦੇ ਸੈਂਪਲ ਲਏ ਗਏ ਸਨ। 1064 ਕੈਦੀ ਡੋਪ ਟੈਸਟ ਦੇ ਵਿੱਚ ਫੇਲ ਪਾਏ ਗਏ ਨੇ। ਤਾਂ 150 ਤੋਂ ਵੀ ਜ਼ਿਆਦਾ ਦਾ ਜ਼ਿਕਰ ਕੀਤਾ ਜਾਵੇ ਤਾਂ 150 ਤੋਂ ਵੀ ਜ਼ਿਆਦਾ ਮਹਿਲਾ ਕੈਦੀ ਨੇ ਜਿਹੜੇ ਉਹ ਵੀ ਨਸ਼ੇ ਦੀ ਲਪੇਟ ਦੇ ਵਿੱਚ ਨੇ। ਅਜਿਹੇ ਵਿੱਚ ਸਵਾਲ ਇਹ ਉੱਠਦਾ ਹੈ ਕਿ ਆਖਰਕਾਰ ਜੇਲ੍ਹਾਂ ਦੇ ਵਿੱਚ ਕੈਦੀਆਂ ਦੇ ਕੋਲ ਨਸ਼ਾ ਪਹੁੰਚਦਾ ਕਿਵੇਂ ਹੈ, ਕਿਵੇਂ ਇਹਨਾਂ ਨੂੰ ਮੁਹੱਈਆ ਹੁੰਦਾ ਹੈ। ਜੇਕਰ ਇੰਨੇ ਜ਼ਿਆਦਾ ਕੈਦੀ ਨਸ਼ੇ ਦੇ ਆਦੀ ਨੇ ਔਰ ਲਗਾਤਾਰ ਬਕਾਇਦਾ ਤੌਰ ਤੇ ਫਿਰ ਇਹ ਵੀ ਸੰਭਵ ਹੈ ਕਿ ਉਹਨਾਂ ਨੂੰ ਨਸ਼ਾ ਪਹੁੰਚ ਰਿਹਾ ਔਰ ਨਸ਼ਾ ਲੈ ਰਹੇ ਨੇ ਲਗਾਤਾਰ, ਤਾਂ ਸਵਾਲ ਇਹੀ ਹੈ ਕਿ ਨਸ਼ਾ ਕਿਵੇਂ ਪਹੁੰਚਦਾ ਹੈ। ਕਿਉਂਕਿ ਅਸੀਂ ਵੱਖੋ-ਵੱਖ ਜੇਲ੍ਹਾਂ ਦਾ ਜ਼ਿਕਰ ਕਰੀਏ ਤਾਂ ਹਰ ਜੇਲ੍ਹ ਦੇ ਵਿੱਚ ਡੋਪ ਟੈਸਟ ਕੀਤੇ ਜਾ ਰਹੇ ਨੇ। ਇੱਕ ਪ੍ਰਕਿਰਿਆ ਹੈ ਔਰ ਖਾਸ ਤੌਰ ਤੇ ਇਹ ਜੋ ਆਦੇਸ਼ ਦਿੱਤੇ ਗਏ ਨੇ, ਹੁਕਮ ਦਿੱਤੇ ਗਏ ਨੇ ਪ੍ਰਸ਼ਾਸਨ ਦੇ ਵੱਲੋਂ, ਜਿਸ ਤੋਂ ਬਾਅਦ ਸਾਰੇ ਕੈਦੀਆਂ ਦੇ ਸੈਂਪਲ ਲਏ ਜਾਂਦੇ ਨੇ। ਕੁਝ ਚੁਣਿੰਦਾ ਕੈਦੀਆਂ ਦੇ ਸੈਂਪਲ ਲੈ ਕੇ ਉਸ ਦੇ ਵਿੱਚੋਂ ਰੇਸ਼ੋ ਕੱਢੀ ਜਾਂਦੀ ਹੈ ਕਿ ਕਿੰਨੇ ਕੈਦੀ ਨਸ਼ੇ ਦੇ ਆਦੀ ਹੋ ਸਕਦੇ ਨੇ ਹਨ। ਤਾਂ ਉਸ ਤੋਂ ਬਾਅਦ ਹੁਣ ਇਹ ਸਿੱਧੇ ਤੌਰ ਤੇ ਇੱਕ ਫਰੀਦਕੋਟ ਜੇਲ੍ਹ ਦੇ ਵਿੱਚ ਜੋ ਟੈਸਟ ਕੀਤਾ ਗਿਆ ਤਾਂ ਉਸ ਤੋਂ ਬਾਅਦ ਹੈਰਾਨੀਜਨਕ ਇਹ ਨਤੀਜੇ ਆਏ ਨੇ ਕਿ ਕਿਸ ਤੋਂ ਪਹਿਲਾਂ ਵੀ 45%, 35%, 30% ਇਸ ਤਰ੍ਹਾਂ ਦੇ ਨਾਲ ਇਹ ਅੰਕੜਾ ਸਾਹਮਣੇ ਆ ਚੁੱਕਿਆ ਹੈ ਵੱਖੋ-ਵੱਖ ਜੇਲ੍ਹਾਂ ਦਾ, ਜਿਸ ਦੇ ਵਿੱਚ ਨਸ਼ੇ ਦੇ ਆਦੀ ਕੈਦੀ ਪਾਏ ਗਏ। ਨਸ਼ੇ ਦੀ ਲਪੇਟ ਦੇ ਵਿੱਚ ਇਹ ਮੁਹਿੰਮ 2 ਦਿਨ ਲਈ ਚੱਲੀ ਸੀ। 19 20 ਮੇਰੇ ਖਿਆਲ 2 ਦਿਨ ਦੀ ਸੀ, ਜਿਹਦੇ ਵਿੱਚ ਅਸੀਂ ਕਾਫੀ ਟੀਮਾਂ ਜੇਲ੍ਹ 'ਚ ਭੇਜੀਆਂ ਔਰ ਲਗਾਤਾਰ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 8-9 ਵਜੇ ਤੱਕ ਕੰਮ ਚੱਲਿਆ ਔਰ ਇਹਦੇ 'ਚ 2333 ਪ੍ਰਿਜ਼ਨਰ ਜਿਹੜੇ ਜੇਲ੍ਹ 'ਚ ਸੀ ਉਸ ਦਿਨ ਟੈਸਟ ਕੀਤੇ ਗਏ ਹੈ 2 ਦਿਨਾਂ 'ਚ, ਇਹਨਾਂ ਦਾ ਡੋਪ ਟੈਸਟ ਕੀਤਾ ਹੈ। ਉਹਨਾਂ 'ਚੋਂ 1064 ਪੋਜ਼ੀਟਿਵ ਆਏ ਹੈ ਤਾਂ ਬਾਕੀ 1269 ਜਿਹੜੇ ਨੈਗੇਟਿਵ ਸਨ। ਸਪੈਸੀਫਿਕਲੀ ਕੁਝ ਮਹਿਲਾ ਤਾਂ ਪਾਈਆਂ ਗਈਆਂ, ਅਸੀਂ ਉਹਨਾਂ ਦੇ ਨਾਮ ਤਾਂ ਨਹੀਂ ਡਿਸਕਲੋਜ਼ ਕਰ ਸਕਦੇ, ਪਰ ਇਹ ਜਿਹੜੇ 1064 ਹੈ ਇਹਨਾਂ ਵਿੱਚ ਪੋਜ਼ਿਟਿਵਿਟੀ ਹੈ ਸਾਰੀ ਮਿਕਸਡ ਹੈ। IG ਸਾਹਿਬ ਦੀ ਹਦਾਇਤਾਂ ਸੀ ਜਿਹਦੇ ਰਾਹੀਂ ਅਸੀਂ ਇਹ ਟੈਸਟ ਕੀਤਾ ਹੈ ਔਰ ਇਹਦੇ ਵਿੱਚ ਬੜਾ ਕਲੀਅਰ ਹੋਇਆ ਹੈ ਕਿ ਸਾਡੇ ਜੇਲ੍ਹ 'ਚ 40% ਪੋਜ਼ਿਟਿਵ ਹੈਗੇ ਹੈ ਅਤੇ 60% ਨੈਗੇਟਿਵ ਆਏ ਹੈ ਜਿਹੜੀ ਫਰੀਦਕੋਟ ਦੀ ਜੇਲ੍ਹ ਦੇ। ਤਾਂ ਇਹ ਜਾਣਕਾਰੀ ਵੀ ਸਿਵਲ ਸਰਜਨ ਔਰ ਦੇ ਵੱਲੋਂ ਦਿੱਤੀ ਗਈ ਹੈ। ਨਰੇਸ਼ ਸੇਠੀ ਨੇ ਫੋਨ ਲਾਈਨ ਤੇ ਪੱਤਰਕਾਰ ਸਾਡੇ ਨਾਲ। ਨਰੇਸ਼, ਹੋਰ ਕੀ ਕੁਝ ਜਾਣਕਾਰੀ ਹੈ, ਕਿਉਂਕਿ ਇੱਕ ਤੋਂ ਬਾਅਦ ਇੱਕ ਜੇਲ੍ਹਾਂ ਦੇ ਵਿੱਚ ਡੋਪ ਟੈਸਟ ਹੋ ਰਹੇ ਨੇ ਤਾਂ ਇੱਥੋਂ ਵੀ ਹੁਣ ਹੈਰਾਨੀਜਨਕ ਨਤੀਜੇ ਆਏ ਨੇ। ਬਿਲਕੁਲ ਗੁਰਜੋਤ, ਜਦੋਂ ਦੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਤਾਂ ਇੱਕ ਵੱਡਾ ਸਵਾਲ ਉਹਨਾਂ ਸਾਹਮਣੇ ਸੀ ਕਿ ਪੰਜਾਬ ਦੀਆਂ ਜੇਲ੍ਹਾਂ ਵਿੱਚ ਲਗਾਤਾਰ ਜਿਹੜੇ ਬੰਦ ਕੈਦੀ ਨੇ ਜਾਂ ਹਵਾਲਾਤੀ ਨੇ ਉਹ ਨਸ਼ੇ ਦਾ ਇਸਤੇਮਾਲ ਕਰਦੇ ਨੇ। ਇਹ ਨਸ਼ਾ ਜੇਲ੍ਹ ਅੰਦਰ ਕਿੱਦਾਂ ਪਹੁੰਚਦਾ ਹੈ ਜਾਂ ਕੌਣ ਇਹਨਾਂ ਇਹੋ ਜਿਹੇ ਵਿਅਕਤੀ ਨੇ ਜਿਹੜੇ ਜੇਲ੍ਹ ਦੇ ਅੰਦਰ ਬੰਦ ਬੈਠੇ ਕੈਦੀਆਂ ਤੱਕ ਨਸ਼ਾ ਪਹੁੰਚਾਉਂਦੇ ਨੇ। ਤਾਂ ਉਸ ਤੇ ਵੱਡਾ ਜਿਹੜਾ ਐਕਸ਼ਨ ਲੈਣ ਦੀ ਕੋਸ਼ਿਸ਼ ਕੀਤੀ ਸੀ ਪੰਜਾਬ ਸਰਕਾਰ ਵੱਲੋਂ ਔਰ ਉਹਨਾਂ ਵੱਲੋਂ ਇੱਕ ਡੋਪ ਟੈਸਟ ਕਰਾਉਣ ਦੀ ਜਿਹੜੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ ਤਾਂ ਕਿ ਪਤਾ ਲਗਾਇਆ ਜਾ ਸਕੇ ਕਿ ਜੇਲ੍ਹ ਵਿੱਚ ਬੈਠੇ ਬੰਦ ਕੈਦੀ ਜਾਂ ਹਵਾਲਾਤੀ ਕਿੰਨੇ ਅਜਿਹੇ ਵਿਅਕਤੀ ਨੇ ਜਿਹੜੇ ਨਸ਼ਾ ਕਰਦੇ ਨੇ, ਤਾਂ ਕਿ ਉਹਨਾਂ ਨੂੰ ਸੁਧਾਰਨ ਲਈ ਕੋਈ ਨਵੀਂ ਸਕੀਮ ਲਿਆਂਦੀ ਜਾ ਸਕੇ। ਤਾਂ ਪੰਜਾਬ ਭਰ ਵਿੱਚ ਜਿਹੜੇ ਜੇਲ੍ਹਾਂ ਦੇ ਵਿੱਚ ਜਿਹੜੇ ਡੋਪ ਟੈਸਟ ਕੀਤੇ ਗਏ ਇਸ ਨੂੰ ਲੈ ਕੇ ਸਿਹਤ ਵਿਭਾਗ ਦੀ ਮਦਦ ਦੇ ਨਾਲ ਤਾਂ ਫਰੀਦਕੋਟ ਦੀ ਜੇਲ੍ਹ ਵਿੱਚ ਵੀ ਜਿਹੜੇ ਡੋਪ ਟੈਸਟ ਦੀ ਪ੍ਰਕਿਰਿਆ ਜਿਹੜੀ 2 ਦਿਨ ਚੱਲੀ ਤੇ ਜਦੋਂ ਨਤੀਜੇ ਸਾਹਮਣੇ ਤਾਂ ਅੰਕੜੇ ਬੜੇ ਹੈਰਾਨ ਕਰਨ ਵਾਲੇ ਸੀ। ਅੰਕੜੇ ਇਸ ਤਰ੍ਹਾਂ ਸੀ ਕਿ 45% ਜਿਹੜੇ ਜੇਲ੍ਹ ਵਿੱਚ ਬੰਦ ਕੈਦੀ ਜਾਂ ਹਵਾਲਾਤੀ ਨੇ, ਭਾਵੇਂ ਉਹਨਾਂ ਵਿੱਚ ਔਰਤਾਂ ਵੀ ਸ਼ਾਮਿਲ ਨੇ, ਉਹ ਸਾਰੀਆਂ ਨਸ਼ੇ ਦੇ ਜਿਹੜੇ 45% ਕੈਦੀ ਜਿਹੜੇ ਨੇ ਨਸ਼ੇ ਦੇ ਆਦੀ ਪਾਏ ਗਏ ਨੇ। ਹੁਣ ਦੇਖਣਾ ਹੋਵੇਗਾ ਕਿ ਸਰਕਾਰ ਕਿਸ ਤਰ੍ਹਾਂ ਕਿਹੜੀ ਸਕੀਮ ਲਿਆਂਦੀ ਹੈ ਕਿ ਜੇਲ੍ਹ ਵਿੱਚ ਬੰਦ ਬੈਠੇ ਕੈਦੀਆਂ ਦੇ ਡੋਪ ਟੈਸਟ ਤਾਂ ਹੋ ਗਏ, ਕਿ ਉਹਨਾਂ ਨੂੰ ਨਸ਼ਾ ਛਡਾਉਣ ਲਈ ਕੋਈ ਨਵੀਂ ਪ੍ਰਕਿਰਿਆ ਸ਼ੁਰੂ ਕੀਤੀ ਜਾਂਦੀ, ਕਿਉਂਕਿ ਆਲਰੇਡੀ ਪਹਿਲਾਂ ਹੀ ਗੱਲ ਕਰੀਏ ਤਾਂ ਉਹ ਸੈਂਟਰ ਜੇਲ੍ਹਾਂ ਵਿੱਚ ਬਣੇ ਹੋਏ ਨੇ ਜਿਹੜਾ ਕਿ ਆਪਦਾ ਕੰਮ ਕਰ ਰਹੇ ਨੇ। ਪਰ ਵੱਡਾ ਸਵਾਲ ਹੈ ਕਿ 45% ਕੈਦੀ ਜੇਕਰ ਨਸ਼ੇ ਦੇ ਆਦੀ ਪਾਏ ਜਾਂਦੇ ਨੇ ਤਾਂ ਉਹਨਾਂ ਨੂੰ ਸੁਧਾਰਨ ਲਈ ਸਰਕਾਰ ਕੀ ਯੋਜਨਾ ਲਿਆਵੇਗੀ, ਉਹਨਾਂ ਨੂੰ ਨਵੀਂ ਜ਼ਿੰਦਗੀ ਦੇਣ ਲਈ ਉਹਨਾਂ ਨੂੰ ਸਰਕਾਰ ਕਿਸ ਤਰ੍ਹਾਂ ਦੇ ਯਤਨ ਕਰੇਗੀ। ਤੇ ਵੱਡਾ ਸਵਾਲ ਕਿਤੇ ਨਾ ਕਿਤੇ ਸਰਕਾਰ ਅੱਗੇ ਹੁਣ ਮੁੜ ਖੜਾ ਹੋ ਚੁੱਕਿਆ ਹੈ। ਜੀ ਨਰੇਸ਼, ਧੰਨਵਾਦ ਹੈ ਤਮਾਮ ਜਾਣਕਾਰੀ ਦੇ ਲਈ, ਸ਼ੁਕਰੀਆ। ਤਾਂ ਨਸ਼ੇ ਦੀ ਲਪੇਟ ਦੇ ਵਿੱਚ ਨੇ ਕੈਦੀ, ਇਹ ਸਾਫ਼ ਹੋ ਰਿਹਾ ਇੱਕ ਤੋਂ ਬਾਅਦ ਇੱਕ ਟੈਸਟ ਦੇ ਵਿੱਚ, ਪਰ ਇਹ ਸਵਾਲ ਹੁਣ ਹੈ ਕਿ ਕਿਸ ਤਰ੍ਹਾਂ ਦੇ ਨਾਲ ਸੁਧਾਰ ਕੀਤਾ ਜਾਵੇਗਾ।
ਉਧਰ ਗੁਰਦੁਆਰਾ ਸਰਕਿਟ ਟ੍ਰੇਨ ਪ੍ਰੋਜੈਕਟ ਦਾ ਮੁੱਦਾ ਉੱਠਿਆ। ਐਮਪੀ ਰਾਘਵ ਚੱਡਾ ਦੇ ਵੱਲੋਂ ਦੱਸੇ ਕਿ ਰਾਜ ਸਭਾ ਦੇ ਵਿੱਚ ਇਹ ਮੁੱਦਾ ਚੁੱਕਿਆ ਗਿਆ ਹੈ। ਸਤੰਬਰ 2021 ਦੇ ਵਿੱਚ ਪ੍ਰੋਜੈਕਟ ਦਾ ਐਲਾਨ ਕੀਤਾ ਗਿਆ ਸੀ। ਇਹ ਦੇਸ਼ ਦੇ ਵੱਡੇ ਗੁਰਦੁਆਰਾ ਸਾਹਿਬ ਨੂੰ ਇਹ ਜੋੜਨ ਦਾ ਪ੍ਰੋਜੈਕਟ ਹੈ, ਜਿਸ ਨੂੰ ਲੈ ਕੇ ਐਲਾਨ ਕੀਤਾ ਗਿਆ ਸੀ। ਪ੍ਰੋਜੈਕਟ ਤੇ ਹੁਣ ਤੱਕ ਕੰਮ ਕਿੰਨਾ ਹੋਇਆ, ਇਹ ਰਾਘਵ ਚੱਡਾ ਦੇ ਵੱਲੋਂ ਸਵਾਲ ਕੀਤਾ ਗਿਆ ਹੈ ਔਰ ਗੁਰਦੁਆਰਾ ਸਰਕਿਟ ਟ੍ਰੇਨ ਤੇ ਇਹ ਸਵਾਲ ਕੀਤਾ ਗਿਆ। ਸੋ ਦੱਸ ਦਈਏ ਕਿ ਵੱਖ-ਵੱਖ ਦੇਸ਼ ਦੇ ਵਿੱਚ ਜਿਹੜੇ ਗੁਰਦੁਆਰਾ ਸਾਹਿਬਾਨ ਨੇ, ਖਾਸ ਤੌਰ ਤੇ ਜਿਹੜੇ ਇਤਿਹਾਸਿਕ ਨੇ, ਜਿੱਥੇ ਦੂਰ ਦੁਰਾਡੇ ਤੋਂ ਜਿਹੜੀ ਸੰਗਤ ਹੈ ਉਹ ਪਹੁੰਚਦੀ ਹੈ, ਟ੍ਰੇਨਾਂ ਦੇ ਰਾਹੀਂ ਪਹੁੰਚਦੀ ਹੈ, ਤਾਂ ਇੱਕ ਪ੍ਰੋਜੈਕਟ ਸੀ ਜਿਸ ਨੂੰ ਲੈ ਕੇ ਐਲਾਨ ਕੀਤਾ ਗਿਆ ਸੀ ਕਿ ਉਹ ਹੋਏਗਾ, ਉਸ ਨੂੰ ਪੂਰ ਚਾੜਿਆ ਜਾਏਗਾ, ਸੰਗਤ ਨੂੰ ਰਾਹਤ ਮਿਲੇਗੀ। ਪਰ ਹੁਣ ਉਸ ਪ੍ਰੋਜੈਕਟ ਨੂੰ ਲੈ ਕੇ ਕਿੰਨਾ ਕੰਮ ਹੋ ਚੁੱਕਿਆ ਹੈ, ਇਸ ਨੂੰ ਲੈ ਕੇ ਸਵਾਲ ਕੀਤਾ ਹੈ ਮੈਂਬਰ ਪਾਰਲੀਮੈਂਟ ਰਾਘਵ ਚੱਡਾ ਦੇ ਵੱਲੋਂ। ਰਾਜ ਸਭਾ ਦੇ ਵਿੱਚ ਇਹ ਮੁੱਦਾ ਚੁੱਕਿਆ ਗਿਆ ਹੈ ਔਰ ਸਤੰਬਰ 2021 ਦਾ ਉਹਨਾਂ ਨੇ ਜ਼ਿਕਰ ਕੀਤਾ ਕਿ ਉਸ ਦੇ ਵਿੱਚ ਇਹ ਪ੍ਰੋਜੈਕਟ ਦਾ ਐਲਾਨ ਕੀਤਾ ਗਿਆ ਸੀ। ਤਾਂ ਹੁਣ ਦੇਸ਼ ਦੇ ਵੱਡੇ ਗੁਰਦੁਆਰਾ ਸਾਹਿਬ ਨੂੰ ਜੋ ਜੋੜਨ ਦਾ ਇਹ ਪ੍ਰੋਜੈਕਟ ਹੈ ਉਹ ਕੰਮ ਕਰ ਕਿੱਥੇ ਤੱਕ ਪਹੁੰਚਿਆ ਹੈ, ਉਸ ਨੂੰ ਲੈ ਕੇ ਸਵਾਲ। सर, सितंबर 2021 में भारत सरकार ने बहुत धूमधाम से एक घोषणा करी थी कि एक गुरुद्वारा सर्किट ट्रेन देश भर में चलाई जाएगी, जिस ट्रेन के माध्यम से 11 दिन के भीतर इस देश के कई बड़े गुरुद्वारा साहब को जोड़ा जाएगा और संगत 11 दिन के अंदर अमृतसर से शुरू होने वाली उस यात्रा को अमृतसर में समाप्त कर पाएगी। इसका स्वागत भी सिख संगत ने किया था। दुख की बात यह है कि अब जो रिपोर्ट से मालूम पड़ रहा है कि शायद उस प्रोजेक्ट पे अभी तक कोई डेवलपमेंट नहीं हुआ है, कोई प्रोग्रेस नहीं हुआ है। तो मैं माननीय मंत्री जी से पूछना चाहूँगा कि गुरुद्वारा सर्किट ट्रेन के जो अनाउंसमेंट आप सबने करी थी, उस अनाउंसमेंट के संदर्भ में अभी क्या प्रोग्रेस सरकार की ओर से उस विषय में की गई है। ਤਾਂ ਉਧਰ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੀਆਂ ਮੁਸ਼ਕਿਲਾਂ ਦੇ ਵਿੱਚ ਵਾਧਾ ਹੋਇਆ। ਚੋਣ ਕਮਿਸ਼ਨ ਦੇ ਦਫ਼ਤਰ ਪਹੁੰਚੀ ਹੈ ਵਿਜੀਲੈਂਸ ਦੀ ਟੀਮ। ਇਲੈਕਸ਼ਨ ਕਮਿਸ਼ਨ ਨੂੰ ਦੱਸ ਦਈਏ ਕਿ ਧਰਮਸੋਤ ਦੇ ਖਿਲਾਫ ਕਾਰਵਾਈ ਦੀ ਸਿਫਾਰਿਸ਼ ਕੀਤੀ ਗਈ ਹੈ। ਚੋਣ ਹਲਫਨਾਮੇ ਦੇ ਵਿੱਚ ਗਲਤ ਜਾਣਕਾਰੀ ਦਿੱਤੀ ਗਈ ਹੈ, ਵਿਜੀਲੈਂਸ ਦੇ ਵੱਲੋਂ ਕਿਹਾ ਗਿਆ ਹੈ ਔਰ ਕਰਪਸ਼ਨ ਕੇਸ ਦੇ ਵਿੱਚ ਜੇਲ੍ਹ 'ਚ ਬੰਦ ਨੇ। ਧਰਮਸੋਤ ਤਾਂ ਮੁਸ਼ਕਿਲਾਂ ਦੇ ਵਿੱਚ ਵਾਧਾ ਹੁੰਦਾ ਨਜ਼ਰ ਆ ਰਿਹਾ ਹੈ। ਜੰਗਲਾਤ ਮੰਤਰੀ ਰਹਿੰਦਿਆਂ ਘੁਟਾਲੇ ਦਾ ਇਲਜ਼ਾਮ ਹੈ ਔਰ ਡੀਐਫਓ ਤੇ ਠੇਕੇਦਾਰ ਤੋਂ ਪੁੱਛਗਿੱਛ ਦੇ ਮਗਰੋਂ ਉਹਨਾਂ ਦੀ ਗ੍ਰਿਫਤਾਰੀ ਹੋਈ ਸੀ, ਯਾਨੀ ਕਿਸੇ ਦੇ ਤੌਰ ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ ਨੇ। ਤਾਂ ਹੁਣ ਇਹ ਮੁਸ਼ਕਿਲਾਂ ਦੇ ਵਿੱਚ ਹੋਰ ਜ਼ਿਆਦਾ ਵਾਧਾ ਹੁੰਦਾ ਹੋਇਆ ਨਜ਼ਰ ਆ ਰਿਹਾ, ਕਿਉਂਕਿ ਚੋਣ ਕਮਿਸ਼ਨ ਦੇ ਦਫ਼ਤਰ ਪਹੁੰਚ ਚੁੱਕੀ ਹੈ ਵਿਜੀਲੈਂਸ ਦੀ ਟੀਮ ਔਰ ਇਲੈਕਸ਼ਨ ਕਮਿਸ਼ਨ ਨੂੰ ਧਰਮਸੋਤ ਦੇ ਖਿਲਾਫ ਕਾਰਵਾਈ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ ਕਿ ਕਾਰਵਾਈ ਹੋਣੀ ਚਾਹੀਦੀ ਹੈ, ਕਿਉਂਕਿ ਚੋਣ ਹਲਫਨਾਮੇ ਦੇ ਵਿੱਚ ਇਹ ਗਲਤ ਜਾਣਕਾਰੀ ਮੁਹੱਈਆ ਕਰਾਈ ਗਈ, ਉਸ ਦੇ ਤਹਿਤ ਇਹ ਕਾਰਵਾਈ ਹੋਵੇ। ਵਿਜੀਲੈਂਸ ਦੇ ਵੱਲੋਂ ਕਿਹਾ ਗਿਆ ਕਰਪਸ਼ਨ ਕੇਸ ਦੇ ਵਿੱਚ ਦੱਸੇ ਕਿ ਜੇਲ੍ਹ 'ਚ ਬੰਦ ਨੇ ਧਰਮਸੋਤ, ਤਾਂ ਹੁਣ ਮੁਸ਼ਕਿਲਾਂ 'ਚ ਵਾਧਾ ਹੋਇਆ। ਤਾਂ ਸਾਰਾ ਮਾਮਲਾ ਉਸ ਵੇਲੇ ਤੋਂ ਉੱਠਿਆ ਜਿਸ ਵੇਲੇ ਤੋਂ ਜਾਣਕਾਰੀ ਜਿਹੜੀ ਹੈ ਡੀਐਫਓ ਦੇ ਵੱਲੋਂ ਪਹੁੰਚਾਈ ਗਈ। ਡੀਐਫਓ ਤੇ ਠੇਕੇਦਾਰ ਨੂੰ ਜਦੋਂ ਹਿਰਾਸਤ 'ਚ ਲਿਆ ਗਿਆ ਔਰ ਉਸ ਤੋਂ ਬਾਅਦ ਪੁੱਛਗਿੱਛ ਹੋਈ ਸੀ ਰਿਮਾਂਡ ਦੇ ਦੌਰਾਨ, ਤਾਂ ਨਾ ਲਿਆ ਗਿਆ। ਉਸ ਤੋਂ ਬਾਅਦ ਇਹ ਗ੍ਰਿਫਤਾਰੀ ਹੋਈ ਸੀ ਸਾਧੂ ਸਿੰਘ ਧਰਮਸੋਤ ਦੀ ਔਰ ਮਾਮਲਾ ਹੈ ਸਾਰਾ ਸਿੱਧੇ ਤੌਰ ਤੇ ਜੰਗਲਾਤ ਮੰਤਰੀ ਰਹਿੰਦਿਆਂ ਦਾ। ਜਿਸ ਵੇਲੇ ਇਹ ਮੰਤਰੀ ਸਨ ਤਾਂ ਉਸ ਵੇਲੇ ਘੁਟਾਲੇ ਨੂੰ ਲੈ ਕੇ ਇਹਨਾਂ ਤੇ ਇਲਜ਼ਾਮ ਲੱਗੇ ਔਰ ਲਗਾਤਾਰ ਹਾਲਾਂਕਿ ਕੋਸ਼ਿਸ਼ ਹੋ ਰਹੀ ਹੈ ਜ਼ਮਾਨਤ ਜਿਹੜੀ ਹੈ ਉਹ ਲੈਣ ਦੀ, ਲਗਾਤਾਰ ਪਟੀਸ਼ਨ ਪਾਈ ਜਾ ਰਹੀ ਹੈ, ਜ਼ਮਾਨਤ ਅਰਜ਼ੀ ਪਾਈ ਜਾ ਰਹੀ ਹੈ, ਪਰ ਹਜੇ ਤੱਕ ਰਾਹਤ ਨਹੀਂ ਮਿਲੀ। ਪਰ ਹੋਰ ਮੁਸ਼ਕਿਲਾਂ ਜ਼ਰੂਰ ਹੁਣ ਵੱਧਦੀਆਂ ਨਜ਼ਰ ਆ ਰਹੀਆਂ ਨੇ ਸਾਧੂ ਸਿੰਘ ਧਰਮਸੋਤ ਹੋਰਾਂ ਦੀਆਂ, ਕਿਉਂਕਿ ਹੁਣ ਜਵਾਬ ਜਿਹੜਾ ਹੈ ਉਹ ਲਿਆ ਜਾ ਰਿਹਾ ਕਿ ਚੋਣ ਹਲਫਨਾਮੇ 'ਚ ਜੋ ਜਾਣਕਾਰੀ ਦਿੱਤੀ ਗਈ ਉਸ ਨੂੰ ਲੈ ਕੇ ਸਿੱਧੇ ਤੌਰ ਤੇ ਕਾਰਵਾਈ ਜਿਹੜੀ ਹੈ ਉਸ ਦੇ ਸਿਫਾਰਿਸ਼ ਕੀਤੀ ਗਈ ਹੈ ਵਿਜੀਲੈਂਸ ਦੇ ਵੱਲੋਂ, ਕਿਉਂਕਿ ਚੋਣ ਕਮਿਸ਼ਨ ਦੇ ਦਫ਼ਤਰ ਪਹੁੰਚ ਚੁੱਕੀ ਹੈ ਵਿਜੀਲੈਂਸ ਦੀ ਟੀਮ ਔਰ ਇਲੈਕਸ਼ਨ ਕਮਿਸ਼ਨ ਨੂੰ ਧਰਮਸੋਤ ਦੇ ਖਿਲਾਫ ਕਾਰਵਾਈ ਦੀ ਸਿਫਾਰਿਸ਼ ਕੀਤੀ ਗਈ ਹੈ। ਚੋਣ ਹਲਫਨਾਮੇ ਦੇ ਵਿੱਚ ਕੀ ਗਲਤ ਜਾਣਕਾਰੀ ਦਿੱਤੀ ਗਈ, ਇਹ ਇਲਜ਼ਾਮ ਲੱਗ ਰਹੇ ਨੇ, ਜਿਸ ਦੇ ਤਹਿਤ ਹੁਣ ਕਾਰਵਾਈ ਨੂੰ ਲੈ ਕੇ ਕਿਹਾ ਗਿਆ।